ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 17ਵੇਂ ਵਿੱਚ ਅੱਜ ਆਪਾਂ ਬਾਲ ਗੋਬਿੰਦ ਰਾਏ ਜੀ ਦੀ ਬਾਲ ਲੀਲਾ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਗੁਰੂ ਜੀ ਦੀ ਸੁੰਦਰ ਸੂਰਤ ਸ਼ੋਭਦੀ ਹੈ, ਮੂਰਤੀ ਸਾਰੀ ਮਿਠਾਸ ਨਾਲ ਪੂਰਤ ਹੈ। ਪੰਘੂੜੇ ਨੂੰ ਰੇਸ਼ਮ ਦੀ ਡੋਰੀ ਬੰਨੀ ਹੈ, ਅੱਗੇ ਖਲੋਤਾ ਸੇਵਕ ਡੋਰ ਨੂੰ ਖਿੱਚ ਕੇ ਪੰਘੂੜੇ ਨੂੰ ਝੁਲਾ ਰਿਹਾ ਹੈ। ਹੌਲੀ ਹੌਲੀ ਆਨੰਦ ਨਾਲ ਉਤਸ਼ਾਹਿਤ ਹੋ ਕੇ ਅੰਗ ਉੱਚੇ ਕਰਦੇ ਹਨ, ਮਾਨੋ ਯੁੱਧ ਕਰਨ ਲਈ ਵਿਸਤਾਰ ਸਹਿਤ ਉਤਸ਼ਾਹ ਜਤਾਉਂਦੇ ਹਨ। ਦੋਵੇਂ ਸੁੰਦਰ ਚਰਨ ਮਾਨੋ ਕਮਲ ਦੇ ਫੁੱਲ ਹਨ, ਜਿਹੜੇ ਆਪਣੇ ਸਾਰੇ ਸੇਵਕਾਂ ਲਈ ਆਨੰਦ ਦੇ ਦਾਤੇ ਹਨ। ਚਰਨਾਂ ਦੀਆਂ ਛੋਟੀਆਂ ਛੋਟੀਆਂ ਉਂਗਲਾਂ ਕੋਮਲ, ਲਾਲ ਅਤੇ ਇਕਸਾਰ ਸ਼ੋਭ ਰਹੀਆਂ ਹਨ। ਕੱਛੂ ਕੁੰਮੇ ਦੀ ਪਿੱਠ ਵਾਂਗ ਦੋਵਾਂ ਚਰਨਾਂ ਦੇ ਵਿੱਚ ਉੱਚੀਆਂ ਕੋਮਲ ਅੱਡੀਆਂ ਹਨ। ਗਿੱਟਿਆਂ ਦਾ ਛੋਟਾ ਜਿਹਾ ਆਕਾਰ ਹੈ। ਮਸਲੀਆਂ ਵਾਲੀਆਂ ਜੰਘਾਂ ਕੱਦ ਦੇ ਅਨੁਸਾਰ ਸੱਜ ਰਹੀਆਂ ਹਨ। ਉੱਪਰ ਨੂੰ ਉਛਲਣ ਨਾਲ ਪੈਰਾਂ ਦੀਆਂ ਝਾਂਜਰਾਂ ਇਸ ਤਰ੍ਹਾਂ ਖੜਕਦੀਆਂ ਹਨ, ਮਾਨੋ ਇਹਨਾਂ ਦੀ ਛੱਬ ਨਾਲ ਮਿਲੀ ਹੋਈ ਹੈ। ਮਾਨੋ ਧਿਆਨ ਧਰ ਕੇ ਮਹਾਤਮ ਦਾ ਉਚਾਰਨ ਕਰਦੀਆਂ ਹਨ ਅਤੇ ਵੱਡੀ ਤੋਂ ਵੱਡੀ ਬਿਪਤਾ ਨੂੰ ਦੂਰ ਕਰਦੀਆਂ ਹਨ। ਤਨ 'ਤੇ ਸੂਖਮ ਜਾਮਾਂ ਪਹਿਨਦੇ ਹਨ ਅਤੇ ਗਲ ਵਿੱਚ ਸ਼ੇਰ ਦੀਆਂ ਨੌਂਦਰਾਂ ਸੋਨੇ ਵਿੱਚ ਮੜ ਕੇ ਪਾਉਂਦੇ ਹਨ। ਮੋਢੇ ਉੱਚੇ ਹਨ, ਲੰਮੀਆਂ ਬਾਹਾਂ ਹਨ, ਜਿਨ੍ਹਾਂ ਉੱਤੇ ਸੋਨੇ ਦੇ ਕੜੇ ਸ਼ੋਭਦੇ ਹਨ। ਗੁਰੂ ਸਾਹਿਬ ਜੀ ਦੇ ਅਜੀਬ ਤੌਰ ਤਰੀਕੇ ਵੇਖ ਕੇ ਦਾਸ ਬੜੇ ਅਦਬ ਨਾਲ ਰਹਿੰਦੇ ਹਨ। ਜਿਸ ਵੱਲ ਵੀ ਵੇਖ ਕੇ ਬੋਲਦੇ ਹਨ, ਉਹ ਹੱਥ ਜੋੜ ਕੇ ਉਸੇ ਵੇਲੇ ਖਲੋ ਜਾਂਦਾ ਹੈ। ਕਿਹੜਾ ਕਿਸੇ ਵਿਧੀ ਨਾਲ ਉਲਟੀ ਗੱਲ ਕਰ ਸਕਦਾ ਹੈ। ਸਾਰੇ ਗੁਰੂ ਜੀ ਦਾ ਰੁਖ ਵੇਖ ਕੇ ਆਗਿਆ ਅਨੁਸਾਰ ਰਹਿੰਦੇ ਹਨ। ਸੇਵਕ ਸੇਵਾ ਕਰਦੇ, ਡਰ ਧਾਰਨ ਕਰਦੇ ਹਨ। ਗੁਰੂ ਜੀ ਦਾ ਅਤਿਅੰਤ ਉੱਚਾ ਪ੍ਰਤਾਪ ਹੈ। ਮੋਢੇ ਉੱਚੇ ਹਨ, ਬਾਹਾਂ ਲੰਮੀਆਂ ਹਨ, ਜਿਨ੍ਹਾਂ ਉੱਤੇ ਮਜ਼ਬੂਤ ਸੋਨੇ ਦੇ ਕੰਗਣ ਪਾਏ ਹਨ, ਜਿਨ੍ਹਾਂ ਨੂੰ ਹੀਰੇ ਜੜੇ ਹੋਏ ਹਨ। ਕਦੀ ਛੇਤੀ ਛੇਤੀ ਰਿੜ੍ਹਦੇ ਹਨ ਅਤੇ ਕਦੀ ਹੌਲੀ ਹੌਲੀ ਧੀਰਜ ਨਾਲ ਰਿੜ੍ਹਦੇ ਹਨ। ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਹਨ, ਜਿਹੜੇ ਆਪਣੇ ਹੱਥਾਂ ਨਾਲ ਖਾਣ ਪੀਣ ਕਰਵਾਉਂਦੇ ਹਨ। ਆਪਣੇ ਸਪੁੱਤਰ ਦੀ ਮਹਾਨ ਉੱਚਤਾ ਵੇਖ ਕੇ ਮੁੱਖ ਦਾ ਤੇਜ ਸੁਭਾਵਕ ਹੀ ਚਮਕ ਉੱਠਦਾ ਸੀ। ਇਸ ਤਰ੍ਹਾਂ ਕਈ ਦਿਨ ਬਤੀਤ ਹੋਏ। ਪੈਰਾਂ ਵਿੱਚ ਫਿਰ ਜ਼ੋਰ ਭਰ ਗਿਆ। ਕਿਸੇ ਆਸਰੇ ਤੋਂ ਬਗੈਰ ਖੜ੍ਹੇ ਹੋਣ ਲੱਗੇ ਅਤੇ ਆਪਣੇ ਅੱਗੇ ਕੋਈ ਚੀਜ਼ ਧਰੀ ਹੋਈ ਚਾਹੁੰਦੇ ਸਨ। ਇਸ ਤਰ੍ਹਾਂ ਜਾਣ ਕੇ ਤਰਖਾਣ ਨੇ ਇਨਾਮ ਪਾਉਣ ਵਾਸਤੇ ਇੱਕ ਸੁੰਦਰ ਗਡੀਰਾ ਘੜ ਕੇ ਬਣਾਇਆ। ਬੰਦਨਾ ਕਰਕੇ ਉਸਨੇ ਗਡੀਰਾ ਅਰਪਣ ਕੀਤਾ ਅਤੇ ਤੁਰੰਤ ਗੁਰੂ ਜੀ ਦਾ ਮਨੋਰਥ ਪੂਰਾ ਕੀਤਾ। ਗਡੀਰੇ ਉੱਤੇ ਹੱਥ ਧਰ ਕੇ ਹੌਲੀ ਹੌਲੀ ਚਰਨਾਂ ਨੂੰ ਉਠਾਉਣ ਲੱਗੇ। ਬੜੇ ਸੁੰਦਰ ਢੰਗ ਨਾਲ ਮੁਖ ਤੋਂ ਜਦ ਮੁਸਕਰਾਉਂਦੇ ਸਨ ਤਾਂ ਦੰਦ ਇਸ ਤਰ੍ਹਾਂ ਸ਼ੋਭਦੇ ਸਨ, ਮਾਨੋ ਅੰਮ੍ਰਿਤ ਵਿੱਚ ਲਪੇਟੇ ਹੋਣ। ਸਿੱਖਾਂ ਦੇ ਮਨ ਰੂਪ ਭੌਰੇ ਜਿੱਥੇ ਵਸਦੇ ਹਨ, ਜਿਨ੍ਹਾਂ ਨੂੰ ਵੇਖ ਕੇ ਪਾਪ ਨਾਸ਼ ਹੁੰਦੇ ਹਨ, ਖੁਸ਼ੀਆਂ ਨਾਲ ਲਭਾਉਂਦੇ ਹਨ ਅਤੇ ਦਾਸ ਗਿਆਨ ਲੈਣ ਵਾਸਤੇ ਸੰਗ ਨਹੀਂ ਛੱਡਦੇ ਹਨ। ਦੋਵਾਂ ਪੈਰਾਂ 'ਤੇ ਬੈਠਦੇ ਹਨ। ਰੂਪ ਦੀ ਅਨੁਪਮ ਛੱਬ ਨੂੰ ਕੌਣ ਵਰਣਨ ਕਰ ਸਕਦਾ ਹੈ। ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਹਨ, ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਕੋਈ ਕੋਈ ਬਚਨ ਬੋਲਣ ਲੱਗੇ ਹਨ। ਅਮੋਲ ਛੱਬ ਹੈ, ਮਿੱਠੇ ਅਤੇ ਰਸਦਾਇਕ ਪਰਮ ਪਿਆਰੇ ਤੋਤਲੇ ਬਚਨ ਬੋਲਦੇ ਹਨ। ਬਾਣੀਆਂ ਅਤੇ ਧਨਵਾਨ ਲੋਕਾਂ ਦੀਆਂ ਅਨੇਕ ਪਤਨੀਆਂ ਆਉਂਦੀਆਂ ਹਨ। ਉਹ ਸ੍ਰੇਸ਼ਟ ਇਸਤਰੀਆਂ ਬਾਲ ਗੁਰੂ ਜੀ ਨੂੰ ਵਿਸ਼ਾਲ ਪ੍ਰੇਮ ਦੇ ਨਾਲ ਦੁਲਾਰਦੀਆਂ ਹਨ। ਜੈਸੀ ਵੀ ਕੋਈ ਕਾਮਨਾ ਧਾਰ ਕੇ ਗੁਰੂ ਘਰ ਵਿੱਚ ਆਉਂਦਾ ਸੀ, ਤੈਸੇ ਹੀ ਬਾਰ-ਬਾਰ ਖਿਆਲ ਕਰਕੇ ਬੁਲਾਉਂਦੇ ਹਨ। ਕਿਸੇ ਨੂੰ ਉਤਾਵਲੇ ਹੋ ਕੇ ਬੋਲ ਕੇ ਨਿਹਾਲ ਕਰ ਦਿੰਦੇ ਸਨ ਅਤੇ ਕਿਸੇ ਨੂੰ ਇੱਧਰ ਉੱਧਰ ਚੱਲ ਕੇ ਟਾਲ ਦਿੰਦੇ ਸਨ। ਸ਼ਹਿਰ ਦੇ ਲੋਕ ਮਹਾਰਾਜ ਜੀ ਦੀ ਕਰਾਮਾਤ ਦੇ ਸਾਜ਼ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਹਿੰਦ ਦੀ ਲਾਜ ਨੂੰ ਰੱਖਣਗੇ, ਦੁਸ਼ਟ ਰਾਜ ਦਾ ਨਾਸ਼ ਕਰਨਗੇ, ਸੀਸ ਉੱਤੇ ਤਾਜ ਝੂਲੇਗਾ ਅਤੇ ਸਾਰੇ ਪਖੰਡਾਂ ਨੂੰ ਦੂਰ ਕਰਨਗੇ। ਕਿਸੇ ਦਾ ਸਰੀਰ ਰੋਗੀ ਹੈ, ਕੋਈ ਜੀਵਨ ਸੁੱਖ ਨਾਲ ਨਹੀਂ ਭੋਗ ਰਿਹਾ, ਜਿਹੜਾ ਵੀ ਯੋਗ ਵਰ ਮੰਗਦਾ ਹੈ
ਉਸ ਦੇ ਸੋਗ ਨੂੰ ਖਤਮ ਕਰ ਦਿੰਦੇ ਹਨ, ਕਿਰਪਾ ਕਰ ਦਿੰਦੇ ਹਨ, ਹੱਸ ਕੇ ਬੋਲਦੇ ਹਨ, ਮਾਨੋ ਆਨੰਦ ਬਾਹਰ ਕੱਢਦੇ ਹਨ। ਅਨੁਪਮ ਢੰਗ ਦੇ ਉਹਨਾਂ ਦੇ ਅਜਿਹੇ ਚਰਿੱਤਰ ਹਨ। ਕੋਈ ਇਸਤਰੀ ਪੁੱਤਰ ਚਾਹੁੰਦੀ ਹੈ, ਕੋਈ ਸੁੱਖ ਚਾਹੁੰਦੀ ਹੈ, ਕੋਈ ਧਨ ਚਾਹੁੰਦੀ ਹੈ, ਕੋਈ ਬਿਮਾਰੀ ਦੂਰ ਕਰਵਾਉਂਦੀ ਹੈ, ਕੋਈ ਬ੍ਰਾਹਮਣੀ ਆਉਂਦੀ ਹੈ, ਕੋਈ ਖਤਰਾਣੀ ਆਉਂਦੀ ਹੈ, ਕੋਈ ਵੈਸ਼ ਇਸਤਰੀ ਆ ਕੇ ਦਰਸ਼ਨ ਕਰਦੀ ਹੈ, ਕੋਈ ਸ਼ੂਦਰ ਇਸਤਰੀ ਬੜੇ ਚਾਅ ਉਮਾਂ ਨਾਲ ਆਉਂਦੀ ਹੈ। ਹਿੰਦੂ ਇਸਤਰੀਆਂ ਦੀ ਬਹੁਤ ਸ਼ਰਧਾ ਵਧੀ ਹੈ। ਕਿਤੇ ਕਿਤੇ ਗੁਰੂ ਜੀ ਦੇ ਪ੍ਰੇਮੀ ਤੁਰਕ ਵੀ ਗੁਰੂ ਪ੍ਰੇਮ ਨਿਭਾਉਂਦੇ ਹਨ, ਹੱਥ ਜੋੜ ਕੇ ਦਰਸ਼ਨ ਕਰਦੇ ਹਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦੀ ਸ਼ਲਾਘਾ ਕਰਦੇ ਹਨ। ਗਿਆਨ ਦੇ ਖਜ਼ਾਨੇ ਭਾਵ ਬਾਲਕ ਗੁਰੂ ਜੀ ਮੁਸਕਰਾ ਕੇ ਉਹ ਬਚਨ ਬੋਲ ਦਿੰਦੇ ਹਨ ਜਿਵੇਂ ਸੇਵਕ ਕਾਮਨਾ ਧਾਰ ਕੇ ਆਉਂਦੇ ਹਨ। ਕਿਰਪਾਲੂ ਗੁਰੂ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ ਗੁਰੂ ਜੀ ਦੇ ਕੋਲ ਆ ਕੇ ਬੈਠਦੇ ਹਨ ਤੇ ਰਬਾਬੀ ਰਾਗਾਂ ਵਿੱਚ ਸ਼ਬਦਾਂ ਦਾ ਗਾਇਨ ਕਰਦੇ ਹਨ। ਸੰਗਤਾਂ ਅਨੇਕਾਂ ਉਪਹਾਰ ਲਿਆ ਕੇ ਚਰਨਾਂ ਵਾਲੇ ਸਥਾਨ 'ਤੇ ਅਰਪਣ ਕਰਦੀਆਂ ਹਨ ਤੇ ਉਸ ਤੋਂ ਮਗਰੋਂ ਅਰਦਾਸ ਹੁੰਦੀ ਹੈ। ਇੱਕ ਦਿਨ ਬਾਲ ਗੁਰੂ ਗੋਬਿੰਦ ਰਾਏ ਜੀ ਬਾਲਕਾਂ ਨੂੰ ਨਾਲ ਲੈ ਕੇ ਮਾਤਾ ਜੀ ਦੀ ਆਗਿਆ ਪਾ ਕੇ ਬਹੁਤ ਪ੍ਰਸੰਨ ਹੋਏ। ਮਾਮਾ ਜੀ ਨਾਲ ਮਿਲ ਕੇ ਇਹ ਉਹਨਾਂ ਨੇ ਵਿਚਾਰ ਬਣਾਈ, ਸ੍ਰੇਸ਼ਟ ਨਦੀ ਗੰਗਾ ਦੇ ਕਿਨਾਰੇ ਚੱਲੀਏ ਤੇ ਜਲ ਨੂੰ ਵੇਖੀਏ। ਮਨੋਹਰ ਗੁਰੂ ਜੀ ਆਪਣੇ ਘਰ ਤੋਂ ਬਾਹਰ ਨਿਕਲੇ ਤੇ ਮੰਗਤਿਆਂ ਦੀਆਂ ਕਾਮਨਾਵਾਂ ਪੂਰਦੇ ਹੋਏ ਜਾ ਰਹੇ ਸਨ। ਮੁਖ ਤੋਂ ਸੁੰਦਰ ਬਚਨ ਬੋਲਦੇ ਸਨ ਜਿਵੇਂ ਫੁੱਲ ਖਿੜਦੇ ਹਨ ਤੇ ਸਾਰੇ ਸੁਣ ਕੇ ਪ੍ਰਸੰਨ ਹੁੰਦੇ ਹਨ। ਗਲੀ ਵਿੱਚ ਬਹੁਤ ਬਾਲਕ ਸਨ, ਉਹਨਾਂ ਨਾਲ ਖੇਡਦੇ ਜਾਂਦੇ ਬਹੁਤ ਸ਼ੋਭ ਰਹੇ ਸਨ। ਵੇਖ ਕੇ ਸਵੇਰ ਜਾਂ ਹੋਰ ਮਨੁੱਖ ਪ੍ਰਭਾਵ ਗ੍ਰਹਿਣ ਕਰਕੇ ਸਿਰ ਨਿਵਾਉਂਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਬੰਦਨਾਯੋਗ ਹਨ, ਜਿਹੜੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। ਜੇ ਕੋਈ ਸੁਭਾਵਕ ਵੀ ਬਚਨ ਕਰ ਦਿੰਦੇ ਹਨ ਤਾਂ ਉਹ ਪੂਰਾ ਹੋ ਜਾਂਦਾ ਹੈ ਤੇ ਰੰਕ ਨੂੰ ਰਾਜਾ ਬਣਾ ਦਿੰਦੇ ਹਨ ਤੇ ਹਾਥੀ ਤੋਂ ਕੀੜਾ ਤੇ ਕੀੜੇ ਤੋਂ ਹਾਥੀ ਬਣਾ ਦਿੰਦੇ ਹਨ। ਚਲੇ ਜਾ ਰਹੇ ਸਨ ਕਿ ਕਈ ਨਦੀਆਂ ਸਮੇਤ ਵਗਦੀ ਗੰਗਾ ਨਦੀ ਦਾ ਕਿਨਾਰਾ ਆ ਗਿਆ। ਗੰਗਾ ਬਹੁਤ ਨਦੀਆਂ ਮਿਲ ਕੇ ਵੱਡਾ ਦਰਿਆ ਬਣਿਆ ਹੈ। ਉਹ ਗੁਰੂ ਜੀ ਦੇ ਆਉਣ ਬਾਰੇ ਸਮਝ ਕੇ ਉਛਾਲੇ ਮਾਰਨ ਲੱਗ ਗਈ। ਦਰਿਆ ਦੇ ਕਿਨਾਰੇ ਜਾ ਕੇ ਬੇੜੀ 'ਤੇ ਬੈਠ ਗਏ ਤੇ ਮਾਮਾ ਕਿਰਪਾਲ ਜੀ ਨਾਲ ਇੱਧਰ ਉੱਧਰ ਵੇਖਦੇ ਸਨ। ਨਦੀ ਦਾ ਜਲ ਉਹਨਾਂ ਦੇ ਚਰਨ ਕਮਲਾਂ ਨੂੰ ਛੂਹਣਾ ਚਾਹੁੰਦਾ ਸੀ, ਪਰ ਚਰਨ ਛੂਹਣੇ ਕਠਿਨ ਹਨ ਕਿਉਂਕਿ ਚਰਨ ਬਹੁਤ ਉੱਚੇ ਹਨ। ਪਾਣੀ ਉਛਲਦਾ ਹੈ, ਪਰ ਫਿਰ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ ਪੂਜਨੀਕ ਤੇ ਪ੍ਰਕਾਸ਼ ਰੂਪ ਗੁਰੂ ਜੀ ਦੇ ਚਰਨਾਂ ਨੂੰ ਨਹੀਂ ਲੱਗਦਾ ਹੈ। ਮਾਮਾ ਜੀ ਗੋਦ ਵਿੱਚ ਚੁੱਕ ਕੇ ਪ੍ਰਸੰਨ ਹੋ ਰਹੇ ਸਨ ਤੇ ਜਲ ਵੇਖ ਕੇ ਉਹਨਾਂ ਨੇ ਚਤੁਰਾਈ ਕੀਤੀ। ਦੋਵਾਂ ਚਰਨ ਕਮਲਾਂ ਨੂੰ ਤਦ ਬੇੜੀ ਦੇ ਕਿਨਾਰੇ ਕਰਕੇ ਲੱਤਾਂ ਨੂੰ ਥੱਲੇ ਲਮਕਾ ਦਿੱਤਾ। ਵਰੁਣ ਦੇਵਤਾ ਸਰੀਰ ਧਾਰ ਕੇ ਚਰਨਾਂ ਨੂੰ ਲੈ ਕੇ ਪ੍ਰਸੰਨਤਾ ਧਾਰ ਕੇ ਧੋਣ ਲੱਗਾ। ਅਨੇਕਾਂ ਪਾਪਾਂ ਦੇ ਦੂਰ ਕਰਨ ਵਾਲੇ ਇਹ ਸਾਰੇ ਮੰਗਲਾਂ ਦੇ ਕਰਨ ਵਾਲੇ ਹਨ। ਵਰੁਣ ਦੇਵਤਾ ਹੋਰ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ, ਇੱਕ ਸ਼੍ਰੀ ਗੁਰੂ ਜੀ ਵੇਖ ਰਹੇ ਸਨ। ਫਿਰ ਵਰੁਣ ਦੇਵਤਾ ਚਰਨ ਧੋ ਕੇ ਜਲ ਵਿੱਚ ਹੀ ਸਮਾ ਗਿਆ। ਸਾਧ ਸੰਗਤ ਜੀ, ਸੰਗਤ ਵਿੱਚੋਂ ਕਈ ਜਨ ਇਹ ਸ਼ੰਕਾ ਕਰਦੇ ਹਨ ਕਿ ਇਹ ਦੇਵੀ ਦੇਵਤਿਆਂ ਦਾ ਨਾਮ ਕਿੱਥੋਂ ਆ ਰਿਹਾ ਹੈ। ਸਾਧ ਸੰਗਤ ਜੀ, ਗੁਰੂ ਜੀ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਜਿਸ ਤਰ੍ਹਾਂ ਪਰਮਾਤਮਾ ਨੂੰ ਸਾਰੇ ਦੇਵੀ ਦੇਵਤੇ ਪੂਜਦੇ ਹਨ, ਇਸ ਤਰ੍ਹਾਂ ਗੁਰੂ ਜੀ ਨੂੰ ਵੀ ਸਾਰੇ ਦੇਵੀ ਦੇਵਤੇ ਪੂਜਦੇ ਹਨ ਤੇ ਨਮਸਕਾਰ ਕਰਦੇ ਹਨ। ਇਸ ਲਈ ਕਈ ਜਗ੍ਹਾ 'ਤੇ ਇਸ ਤਰ੍ਹਾਂ ਦਾ ਜ਼ਿਕਰ ਕਥਾ ਦੇ ਵਿੱਚ ਆ ਜਾਂਦਾ ਹੈ। ਗੁਰੂ ਜੀ ਕੋਈ ਆਮ ਇਨਸਾਨ ਤਾਂ ਹੈ ਨਹੀਂ, ਸ੍ਰਿਸ਼ਟੀ ਦੇ ਮਾਲਕ ਹਨ। ਜਿਸ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ ਹੈ ਉਹੀ ਇਹ ਗੱਲਾਂ ਨੂੰ ਸਮਝ ਸਕਦਾ ਹੈ। ਗਰੀਬ ਮਲਾਹ ਨੂੰ ਬਹੁਤ ਦਾਨ ਦਿੱਤਾ ਤੇ ਬਚਨ ਕਹਿ ਕੇ ਉਸ ਪਾਸੋਂ ਬੇੜੀ ਚਲਵਾਈ। ਬੇੜੀ ਬੜੇ ਡੂੰਘੇ ਪਾਣੀ ਵਿੱਚ ਫਿਰ ਰਹੀ ਸੀ। ਫਿਰ ਵੇਗ ਦੇ ਨਾਲ ਬਹੁਤ ਤੇਜ਼ ਭਜਵਾਈ। ਕਦੀ ਬੇੜੀ ਨੂੰ ਪਰੇ ਲੈ ਜਾਂਦੇ ਸਨ, ਕਦੀ ਛੇਤੀ ਨਾਲ ਉਰਲੇ ਪਾਸੇ ਲਿਆਉਂਦੇ ਸਨ। ਕਦੀ ਛਾਲ ਮਾਰਦੇ ਹਨ, ਕਦੀ ਫਿਰ ਚੜ੍ਹ ਜਾਂਦੇ ਹਨ। ਬੱਚੇ ਦੌੜਦੇ ਹਨ ਤੇ ਕਿਲਕਾਰੀਆਂ ਮਾਰ ਕੇ ਪ੍ਰਸੰਨ ਹੁੰਦੇ ਹਨ। ਮੰਗਤੇ ਜੋ ਵੀ ਮੰਗਦੇ ਹਨ, ਕਿਰਪਾਲੂ ਗੁਰੂ ਜੀ ਸੁਣ ਕੇ ਉਹ ਵਸਤੂ ਦਿਵਾਉਂਦੇ ਹਨ। ਖੇਡਦਿਆਂ ਇੱਕ ਪਹਿਰ ਬੀਤ ਗਿਆ। ਮਹਾਨ ਸੁੰਦਰ ਸ਼ੋਭ ਰਹੇ ਹਨ। ਫਿਰ ਮਾਤਾ ਗੁਜਰੀ ਜੀ ਨੇ ਇੱਕ ਦਾਸ ਨੂੰ ਭੇਜਿਆ, ਜਾ ਕੇ ਕਹੋ ਘਰ ਬੁਲਾਉਂਦੇ ਹਨ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭੂ ਜੀ, ਮਾਤਾ ਜੀ ਬੜੇ ਉਤਾਵਲੇ ਹੋਏ ਹਨ। ਮਾਮਾ ਜੀ ਲਾਡ ਲਡਾਉਂਦੇ ਚੱਲਦੇ ਹਨ ਤੇ ਬਚਨਾਂ ਦੀ ਪਾਲਣਾ ਕਰਦੇ ਹਨ, ਜਿਵੇਂ ਵੀ ਗੁਰੂ ਜੀ ਕਹਿ ਕੇ ਸੁਣਾਉਂਦੇ ਹਨ। ਸੁੱਖਾਂ ਦੇ ਘਰ ਭਾਵ ਗੁਰੂ ਜੀ ਫਿਰ ਘਰ ਦੇ ਅੰਦਰ ਪ੍ਰਵੇਸ਼ ਕਰ ਗਏ, ਜਿਨ੍ਹਾਂ ਦਾ ਨਾਮ ਜਪਣ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ।
ਇੱਕ ਬਿਰਧ ਇਸਤਰੀ ਦਾ ਘਰ ਗੁਆਂਢ ਵਿੱਚ ਹੀ ਸੀ। ਉਸ ਨੂੰ ਉਸਦੇ ਘਰ ਵਿੱਚ ਜਾ ਕੇ ਖਿਜਾਉਂਦੇ ਸਨ। ਅੱਖ ਬਚਾ ਕੇ ਉਸ ਦਾ ਪੂਣੀਆਂ ਤੇ ਛੱਲੀਆਂ ਰੱਖਣ ਵਾਲਾ ਛਿੱਕੂ ਚੁੱਕ ਲੈਂਦੇ ਸਨ ਤੇ ਪੂਣੀਆਂ ਛੱਲੀਆਂ ਪਾਸ ਰੱਖ ਲੈਂਦੇ ਸਨ। ਇਹ ਵੇਖ ਕੇ ਬੁੱਢੀ ਮਾਈ ਬਹੁਤ ਗੁੱਸੇ ਵਿੱਚ ਆ ਜਾਂਦੀ ਸੀ ਤੇ ਸੋਟੀ ਹੱਥ ਵਿੱਚ ਫੜ ਕੇ ਪਿੱਛਾ ਕਰਦੀ ਸੀ। ਜਦ ਬੁੱਢੀ ਮਾਈ ਪਾਸ ਆਉਂਦੀ ਸੀ ਤਾਂ ਭੱਜ ਜਾਂਦੇ ਸਨ, ਜਿਵੇਂ ਉਹ ਮਿਲ ਕੇ ਛੂਹ ਨਾ ਸਕੇ। ਦੂਰ ਨਹੀਂ ਸੀ ਜਾਂਦੇ, ਨੇੜੇ ਹੀ ਰਹਿੰਦੇ ਸਨ। ਬੁੱਢੀ ਮਾਈ ਇਹ ਜਾਣਦੀ ਮੈਂ ਫੜ ਲਵਾਂਗੀ, ਫਿਰ ਭੱਜ ਜਾਂਦੇ ਸਨ। ਝਾਂਜਰਾਂ, ਤੜਾਗੀ, ਸੋਨੇ ਦੇ ਕੰਗਣ ਅਤੇ ਗਹਿਣੇ ਸਭ ਛਣਕ ਛਣਕ ਕੇ ਸੰਗੀਤ ਪੈਦਾ ਕਰਦੇ ਸਨ। ਇੱਧਰ ਉੱਧਰ ਭੱਜੇ ਫਿਰਦੇ ਸਨ। ਕਦੀ ਅੱਗੇ ਵੱਧ ਜਾਂਦੇ ਸੀ, ਕਦੇ ਪਿੱਛੇ ਹਟ ਜਾਂਦੇ ਸੀ ਅਤੇ ਟੇਢੇ ਮੇਢੇ ਹੋ ਕੇ ਨਾ ਫੜਾਈ ਦੇਣ ਵਾਲੀ ਚਾਲ ਧਾਰਨ ਕਰਦੇ ਸਨ। ਬੁੱਢੀ ਮਾਈ ਫਿਰ ਕਹਿੰਦੀ, ਕਿੱਥੇ ਜਾਓਗੇ? ਤੁਹਾਨੂੰ ਫੜ ਕੇ ਤੁਹਾਡੀ ਮਾਤਾ ਜੀ ਨੂੰ ਫੜਾ ਦਿਆਂਗੀ। ਆਪਣੇ ਹੱਥ ਵਾਲੀ ਸੋਟੀ ਦੇ ਕੇ ਚੰਗੀ ਤਰ੍ਹਾਂ ਕੁਟਵਾਵਾਂਗੀ ਤੇ ਉਹਨਾਂ ਨੂੰ ਸਾਰੀ ਗੱਲ ਦੱਸਾਂਗੀ। ਹੇ ਗੋਬਿੰਦ, ਸੁਣੋ, ਹੁਣ ਹਟ ਜਾਓ। ਮੈਨੂੰ ਥਕਾ ਕੇ ਵਿਆਕੁਲ ਕਰ ਦਿੱਤਾ ਹੈ। ਪੂਣੀਆਂ ਵਾਲੇ ਛਿੱਕੂ ਨੂੰ ਰੱਖ ਦਿਓ, ਨਹੀਂ ਤਾਂ ਮੈਂ ਤੁਹਾਡੇ ਘਰ ਜਾ ਕੇ ਕਹਿ ਦਿਆਂਗੀ। ਉਸ ਬੁੱਢੀ ਮਾਈ ਨੂੰ ਖਿਜਾਉਂਦੇ ਸੀ ਤੇ ਭਜਾ ਕੇ ਥਕਾ ਦਿੰਦੇ ਸਨ। ਫਿਰ ਸੂਤ ਤੇ ਪੂਣੀਆਂ ਨੂੰ ਖਿਲਾਰ ਦਿੰਦੇ ਸਨ। ਮਾਈ ਜਦ ਪੂਣੀਆਂ ਨੂੰ ਚੁਣਨ ਲੱਗਦੀ ਸੀ ਤਾਂ ਜਿੱਥੇ ਬਾਲਕ ਸੁੰਦਰ ਖੇਡਾਂ ਖੇਡ ਰਹੇ ਹੁੰਦੇ ਸੀ ਉਹਨਾਂ ਨੂੰ ਉੱਥੇ ਜਾ ਮਿਲਦੇ ਸਨ। ਛਿੱਕੂ ਅਤੇ ਸੂਤ ਜਿਵੇਂ ਵਿਗੜਦਾ ਸੀ, ਉਸ ਤਰ੍ਹਾਂ ਹੀ ਉਹ ਮਾਈ ਹੱਥ ਧਰ ਕੇ ਕ੍ਰੋਧ ਨਾਲ ਆਤੁਰ ਹੋ ਜਾਂਦੀ ਸੀ। ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਵਿਖਾਉਂਦੀ ਤੇ ਦੂਣੀ ਗੱਲ ਬਣਾ ਕੇ ਸੁਣਾਉਂਦੀ ਸੀ। ਆਪਣੇ ਪੁੱਤਰ ਦੀ ਕਰਤੂਤ ਵੇਖ ਲਓ। ਮੇਰੇ ਘਰ ਵਿੱਚ ਉੱਦਮ ਮਚਾਇਆ ਹੈ। ਨਾ ਬੈਠਣ ਦਿੰਦਾ ਹੈ, ਨਾ ਕੱਤਣ ਦਿੰਦਾ ਹੈ। ਵੇਖਣ ਤੋਂ ਬਗੈਰ ਹੀ ਸੂਤ ਤੇ ਪੂਣੀਆਂ ਚੁੱਕ ਲੈਂਦਾ ਹੈ, ਦੂਰ ਸੁੱਟ ਦਿੰਦਾ ਹੈ ਤੇ ਖਿਲਾਰ ਦਿੰਦਾ ਹੈ ਤੇ ਛੱਲੀਆਂ ਪੂਣੀਆਂ ਖਿਲਾਰ ਕੇ ਭੱਜ ਜਾਂਦਾ ਹੈ। ਹੱਥ ਨਹੀਂ ਆਉਂਦਾ ਹੈ, ਮੈਨੂੰ ਭਰਮਾਉਂਦਾ ਹੈ। ਮੈਂ ਥੱਕ ਕੇ ਪੁਕਾਰ ਕੀਤੀ ਹੈ। ਮਾਤਾ ਗੁਜਰੀ ਜੀ ਨੇ ਆਪਣੇ ਸਪੁੱਤਰ ਦੀ ਵਾਰਤਾ ਸੁਣੀ, ਜਿਨ੍ਹਾਂ ਵਿੱਚ ਚੰਚਲਤਾ ਬਹੁਤ ਜ਼ਿਆਦਾ ਹੈ। ਸ਼ਾਮ ਸਵੇਰੇ ਬੁੱਢੀ ਮਾਈ ਨੂੰ ਉਕਾਉਂਦਾ ਹੈ ਤੇ ਉਹ ਮਾਈ ਅਸਮਰੱਥ ਹੋਣ ਕਰਕੇ ਬੜੀ ਵਿਆਕੁਲ ਹੋਈ ਹੈ। ਮਾਤਾ ਗੁਜਰੀ ਜੀ ਨੇ ਕਿਰਪਾ ਧਾਰ ਕੇ ਉਸ ਨੂੰ ਕੁਝ ਧਨ ਦਿੱਤਾ ਤੇ ਸਰੀਰ ਦੇ ਸਾਰੇ ਕੱਪੜੇ ਬਣਾ ਦਿੱਤੇ ਤੇ ਕਹਿਣ ਲੱਗੇ, ਹੇ ਮਾਤਾ ਜੀ, ਮੇਰਾ ਪੁੱਤਰ ਜੇ ਕੋਈ ਅਪਰਾਧ ਕਰੇ ਤਾਂ ਮਨ ਵਿੱਚ ਗੁੱਸਾ ਨਾ ਲਿਆਣਾ। ਮਾਈ ਕਹਿਣ ਲੱਗੀ, ਮੈਂ ਤਾਂ ਕਦੀ ਗੁੱਸਾ ਨਹੀਂ ਕਰਦੀ। ਮੇਰੇ ਘਰ ਰੋਜ਼ ਖੇਡਣ ਜਾਂਦਾ ਹੈ। ਹੋਰ ਬਾਲਕਾਂ ਨੂੰ ਨਾਲ ਲੈ ਕੇ ਮੇਰੇ ਘਰ ਆਉਂਦੇ ਹਨ ਤੇ ਆਪਣੇ ਹੱਥਾਂ ਨਾਲ ਚੀਜ਼ਾਂ ਫੜਾ ਕੇ ਦੂਰ ਸਿੱਟ ਦਿੰਦੇ ਹਨ। ਜਦ ਪਾਸ ਜਾਂਦੀ ਹਾਂ ਭੱਜ ਜਾਂਦੇ ਹਨ। ਜਦ ਚੁੱਪ ਰਹਿੰਦੀ ਹਾਂ ਤਾਂ ਬਹੁਤ ਪ੍ਰਕਾਰ ਖਿਜਾਉਂਦੇ ਹਨ। ਅੰਦਰ ਤੋਂ ਬਾਹਰ ਭੱਜ ਜਾਂਦੇ ਹਨ ਤੇ ਬਾਹਰ ਤੋਂ ਫਿਰ ਅੰਦਰ ਆਉਂਦੇ ਹਨ। ਅੱਖਾਂ ਨਾਲ ਵੇਖ ਕੇ ਮਨ ਹਰਾ ਹੋ ਜਾਂਦਾ ਹੈ। ਤੁਹਾਡਾ ਪੁੱਤਰ ਲੱਖਾਂ ਵਰ੍ਹਿਆਂ ਤੱਕ ਜਿਉਂਦਾ ਰਹੇ। ਜਦ ਦੇ ਇਸ ਥਾਂ ਆ ਕੇ ਵਸੇ ਹੋ, ਮੈਨੂੰ ਬਹੁਤ ਸੁੱਖ ਮਿਲਿਆ ਹੈ। ਮਾਨੋ ਸੁਮੇਰ ਪਰਬਤ ਦੀ ਓਟ ਮਿਲੀ ਹੈ। ਵਸਤਰ ਭੋਜਨ ਪਾਉਂਦੀ ਹਾਂ ਤੇ ਮੈਂ ਪ੍ਰਸੰਨ ਹੋ ਕੇ ਵਿਸ਼ਾਲ ਅਸੀਸਾਂ ਦਿੰਦੀ ਹਾਂ। ਮੇਰੇ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ। ਸ਼ੇਸ਼ਨਾਗ ਜਿਵੇਂ ਮਣੀ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਉਸ ਤਰ੍ਹਾਂ ਮੈਂ ਦਰਸ਼ਨ ਕਰਕੇ ਪ੍ਰਸੰਨ ਹੁੰਦੀ ਹਾਂ। ਇਸ ਤਰ੍ਹਾਂ ਮਾਤਾ ਗੁਜਰੀ ਜੀ ਨੂੰ ਪ੍ਰਸੰਨ ਕੀਤਾ ਤੇ ਉਹ ਮਾਈ ਆਪਣੇ ਘਰ ਨੂੰ ਚਲੀ ਗਈ। ਦਰਵਾਜ਼ੇ ਵਿੱਚ ਆਉਂਦਿਆਂ ਗੁਰੂ ਜੀ ਨਾਲ ਮੇਲ ਹੋ ਗਿਆ ਤੇ ਫਿਰ ਉਹਨਾਂ ਨੂੰ ਡਰਾਉਣ ਲੱਗੀ, ਤੇਰੇ ਮਾਤਾ ਜੀ ਪਾਸ ਮੈਂ ਸਾਰੀ ਗੱਲ ਦੱਸੀ ਹੈ। ਜਿਵੇਂ ਤੂੰ ਡਰ ਛੱਡ ਧੂਮ ਮਚਾਈ ਹੈ। ਹੁਣ ਤੂੰ ਘਰ ਜਾ, ਤੈਨੂੰ ਸੋਟੀਆਂ ਦੀ ਮਾਰ ਮਾਰਨਗੇ। ਫਿਰ ਕਦੇ ਇਸ ਤਰ੍ਹਾਂ ਨਾ ਕਰੀ। ਬੁੱਢੀ ਇਸਤਰੀ ਨੂੰ ਵੇਖ ਕੇ ਗੁਰੂ ਜੀ ਭੱਜ ਕੇ ਦੂਰ ਹੋ ਗਏ ਤੇ ਆਪਣੇ ਘਰ ਦੇ ਅੰਦਰ ਦਾਖਲ ਹੋ ਗਏ। ਮਾਤਾ ਜੀ ਨੇ ਉਸੇ ਵੇਲੇ ਪ੍ਰਸੰਨ ਹੋ ਕੇ ਗੋਦੀ ਵਿੱਚ ਚੁੱਕ ਲਿਆ ਤੇ ਸਰੀਰ ਨੂੰ ਲੱਗੀ ਧੂੜ ਸ਼ੋਭ ਰਹੀ ਸੀ। ਫਿਰ ਆਪਣੀ ਚੁੰਨੀ ਲੈ ਕੇ ਪੂੰਝਣ ਲੱਗੇ। ਜਿਨ੍ਹਾਂ ਦੇ ਵੱਡੇ ਭਾਗ ਹੋਏ ਸਨ, ਸੁਖਦਾ ਤੇ ਸਪੁੱਤਰ ਨੂੰ ਵੇਖ ਕੇ ਵੱਡਾ ਸਨੇਹ ਇੱਕ ਰਸ ਹੋਇਆ। ਖਾ ਪੀ ਕੇ ਸਤਿਗੁਰੂ ਜੀ ਸੁੰਦਰ ਪਲੰਘ ਤੇ ਸੌਂ ਗਏ। ਸਾਰੀ ਰਾਤ ਬਤੀਤ ਹੋਣ ਤੇ ਉੱਠ ਪਏ। ਜਦ ਰਾਤ ਖਤਮ ਹੋ ਗਈ, ਸ਼ੌਚ ਇਸ਼ਨਾਨ ਪਹਿਲਾਂ ਵਾਂਗ ਕੀਤਾ। ਫਿਰ ਅਮੀਰ ਘਰਾਂ ਦੇ ਬਾਲਕ ਗੁਰੂ ਜੀ ਨਾਲ ਖੇਡਣ ਵਾਸਤੇ ਆ ਗਏ ਜਾਂ ਮਨ ਭਾਉਂਦਾ ਭੋਜਨ ਕਰਕੇ ਆਪਸ ਵਿੱਚ ਮਿਲ ਕੇ ਸ਼ੁਭ ਖੇਡਾਂ ਖੇਡਦੇ ਸਨ। ਸਾਧ ਸੰਗਤ ਜੀ, ਗੁਰੂ ਜੀ ਦੁਆਰਾ ਬੁੱਢੀ ਮਾਈ ਨੂੰ ਉਕਸਾਉਣਾ ਇੱਕ ਚੋਜ ਸੀ। ਗੁਰੂ ਜੀ ਦਾ ਅਸਲ ਮਕਸਦ ਉਸ ਬੁੱਢੀ ਮਾਈ ਦੀ ਗਰੀਬੀ ਨੂੰ ਦੂਰ ਕਰਨ ਦਾ ਸੀ, ਜਿਹੜਾ ਕਿ ਇੱਕ ਬਹਾਨੇ ਨਾਲ ਮਾਤਾ ਗੁਜਰੀ ਜੀ ਪੂਰੀ ਕਰ ਦਿਆ ਕਰਦੇ ਸਨ। ਜਿਸ ਵੀ ਕਿਸੇ ਗਰੀਬ ਨੂੰ ਗੁਰੂ ਜੀ ਤੰਗ ਕਰਦੇ ਸਨ, ਉਹ ਸ਼ਿਕਾਇਤ ਲਗਾਉਣ ਵਾਸਤੇ ਮਾਤਾ ਜੀ ਕੋਲ ਆਉਂਦਾ ਸੀ ਤੇ ਗੁਰੂ ਜੀ ਦੇ ਬਹਾਨੇ ਮਾਤਾ ਜੀ ਉਸ ਗਰੀਬ ਦੀ ਦਲਿੱਦਰਤਾ ਤੇ ਗਰੀਬੀ ਦੂਰ ਕਰ ਦਿੰਦੇ ਸਨ।
ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 19ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।